ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਅਤੇ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਸੰਵਿਧਾਨ ਬਾਰੇ ਪੜ੍ਹਾਂਗੇ। ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਸੀਂ ਜਿਹੜਾ ਮਾਸਟਰ ਕੇਡਰ ਐਗਜ਼ਾਮ ਦਾ ਜਿਹੜਾ 70% ਸਿਲੇਬਸ ਅਸੀਂ ਕਵਰ ਕਰ ਦਿੱਤਾ ਜੀ। ਔਰ ਜਿਹੜੇ ਨਵੇਂ ਵਿਊਅਰ ਨੇ ਉਹ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਿਹੜਾ ਮਾਸਟਰ ਕੇਡਰ ਐਗਜ਼ਾਮ ਦਾ ਜਿਹੜਾ ਸਾਰਾ ਸਿਲੇਬਸ ਕਵਰ ਕਰ ਸਕਦੇ ਨੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ ਸੰਵਿਧਾਨ ਬਾਰੇ। ਤਾਂ ਸੰਵਿਧਾਨ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ, ਇਸ ਨੂੰ ਬਣਾਉਣ ਵਿੱਚ ਲਗਭਗ 3 ਸਾਲ ਲੱਗ ਗਏ ਸਨ। ਔਰ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸਨ, ਜਿਸ ਵਿੱਚ ਹਿੰਦੂ ਵੀ ਸਨ, ਮੁਸਲਿਮ, ਈਸਾਈ, ਸਾਰੇ ਜਿਹੜੇ ਧਰਮਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਇਸ ਨੂੰ ਬਣਾਉਣ ਵਿੱਚ। ਔਰ ਇਸ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀ ਉਹ ਸੰਵਿਧਾਨ ਸਭਾ ਦੁਆਰਾ ਕੀਤਾ ਗਿਆ ਸੀਗਾ ਜੀ, ਸੰਵਿਧਾਨ ਦਾ ਨਿਰਮਾਣ। ਔਰ ਇਸ ਵਿੱਚ ਤੁਹਾਨੂੰ ਦੱਸਿਆ ਕਿ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਕੀਤੇ ਗਏ ਸਨ, ਤਾਂ ਕਿ ਜਿਹੜਾ ਹਰ ਇੱਕ ਧਰਮ ਦੇ ਜਿਹੜੇ ਲੋਕਾਂ ਨੂੰ ਪ੍ਰਤੀਨਿਧਤਾ ਦਿੱਤੀ ਜਾ ਸਕੇ ਸੰਵਿਧਾਨ ਵਿੱਚ। ਔਰ ਵਿਚਾਰ ਸੀਗਾ ਸੰਵਿਧਾਨ ਨੂੰ ਬਣਾਉਣ ਦਾ ਤਾਂ ਉਹ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀਗਾ ਜੀ। ਔਰ ਇਸ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਸੰਵਿਧਾਨ ਸਭਾ ਦੀ, ਉਹ ਹੋਈ ਸੀ 9 ਦਸੰਬਰ 1946 ਈਸਵੀ ਨੂੰ। ਔਰ ਇਸ ਦੇ ਜਿਹੜੇ ਸਥਾਈ ਪ੍ਰਧਾਨ ਚੁਣੇ ਗਏ ਸਨ ਪਹਿਲੇ, ਉਹ ਸਨ ਡਾਕਟਰ ਰਜਿੰਦਰ ਪ੍ਰਸਾਦ। ਔਰ ਇਸ ਤੋਂ ਪਹਿਲਾਂ ਜਿਹੜੇ 2 ਦਿਨਾਂ ਲਈ ਜਿਹੜੇ ਅਸਥਾਈ ਪ੍ਰਧਾਨ ਚੁਣੇ ਗਏ ਸਨ ਉਹ ਸਨ ਡਾਕਟਰ ਸਚਿਦਾਨੰਦ ਸਿਨਹਾ ਜੀ। ਔਰ ਉਹ 2 ਦਿਨਾਂ ਬਾਅਦ ਹੀ ਜਿਹੜੇ ਰਜਿੰਦਰ ਪ੍ਰਸਾਦ ਸਥਾਈ ਪ੍ਰਧਾਨ ਚੁਣ ਲਏ ਗਏ ਸਨ। ਔਰ ਇਸੇ ਸੰਵਿਧਾਨ ਸਭਾ ਦੁਆਰਾ ਜਿਹੜਾ 22 ਜੁਲਾਈ 1947 ਈਸਵੀ ਨੂੰ ਰਾਸ਼ਟਰੀ ਝੰਡੇ ਨੂੰ ਅਪਣਾ ਲਿਆ ਗਿਆ ਜੀ, ਇਸ ਦਿਨ 22 ਜੁਲਾਈ 1947 ਨੂੰ। ਔਰ ਇਸ ਤੋਂ ਇਲਾਵਾ ਜਿਹੜਾ ਮਸੌਦਾ ਸਮਿਤੀ ਦੇ ਪ੍ਰਧਾਨ ਡਾਕਟਰ ਅੰਬੇਦਕਰ ਜੀ ਨੂੰ ਚੁਣਿਆ ਗਿਆ ਜੀ। ਔਰ ਇਸ ਜਿਹੜੀ ਮਸੌਦਾ ਸਮਿਤੀ ਵਿੱਚ 7 ਮੈਂਬਰ ਸਨ ਕੁੱਲ, ਜਿਨ੍ਹਾਂ ਵਿੱਚੋਂ ਡਾਕਟਰ ਅੰਬੇਦਕਰ ਜੀ ਇਸ ਸਮਿਤੀ ਦੇ ਪ੍ਰਧਾਨ ਸਨ। ਔਰ ਸਾਰਾ ਜਿਹੜਾ ਅੰਬੇਦਕਰ ਜੀ ਨੇ ਸਾਰਾ ਜਿਹੜਾ ਸੰਵਿਧਾਨ ਨੂੰ ਲਿਖਣ ਦਾ ਕੰਮ ਇਹਨਾਂ ਦੇ ਹੱਥ ਵਿੱਚ ਸੀਗਾ ਜੀ। ਔਰ ਇਸੇ ਕਰਕੇ ਜਿਹੜਾ ਸੰਵਿਧਾਨ ਦਾ ਨਿਰਮਾਤਾ ਕਹਿ ਦਿੱਤਾ ਜਾਂਦਾ ਜੀ ਡਾਕਟਰ ਅੰਬੇਦਕਰ ਨੂੰ, ਜਿਨ੍ਹਾਂ ਨੇ ਸਾਰੇ ਸੰਵਿਧਾਨ ਨੂੰ ਜਿਹੜਾ ਲਿਖ ਕੇ ਜਿਹੜਾ ਅਸੀਂ ਅੱਜ ਰੂਪ ਦੇਖਦੇ ਹਾਂ ਉਸ ਨੂੰ ਜਿਹੜਾ ਸਹੀ ਰੂਪ ਦਿੱਤਾ ਜੀ। ਔਰ ਸੰਵਿਧਾਨ ਸਭਾ ਵਿੱਚ ਜਿਹੜੇ ਕੁੱਲ ਮਾਮਲੇ ਆਏ ਸਨ ਸੋਧਾਂ ਲਈ, ਜਿਹੜੇ 2635 ਮਾਮਲੇ ਆਏ ਸਨ, ਜਿਨ੍ਹਾਂ ਵਿੱਚੋਂ 2473 ਮਾਮਲਿਆਂ ਉੱਪਰ ਵਿਚਾਰ ਕੀਤਾ ਗਿਆ ਜੀ। ਔਰ ਇਸ ਦਾ ਆਖਰੀ ਸਮਾਗਮ ਹੋਇਆ ਸੀਗਾ 24 ਜਨਵਰੀ 1950 ਨੂੰ, ਜਿਸ ਵਿੱਚ ਪਹਿਲੇ ਰਾਸ਼ਟਰਪਤੀ ਦੁਆਰਾ ਜਿਹੜਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ, ਔਰ ਜੋ ਕਿ ਪਹਿਲਾਂ ਸਥਾਈ ਪ੍ਰਧਾਨ ਸਨ ਸੰਵਿਧਾਨ ਸਭਾ ਦੇ। ਔਰ ਇਸ ਸੰਵਿਧਾਨ ਦੇ ਖਰੜੇ ਉੱਪਰ ਸਭ ਤੋਂ ਪਹਿਲਾਂ ਦਸਤਖਤ ਕਰਨ ਵਾਲੇ ਜਿਹੜੇ ਵਿਅਕਤੀ ਸਨ ਉਹ ਸਨ ਪੰਡਿਤ ਜਵਾਹਰ ਲਾਲ ਨਹਿਰੂ ਜੀ। ਔਰ ਇਸ ਸੰਵਿਧਾਨ ਨੂੰ ਭਾਰਤ ਉੱਪਰ ਲਾਗੂ ਕੀਤਾ ਗਿਆ 26 ਜਨਵਰੀ 1950 ਦੇ ਦਿਨ। ਔਰ ਇਸ ਨੂੰ ਬਣਾਉਣ ਵਿੱਚ ਕੁੱਲ ਸਮਾਂ ਲੱਗਿਆ ਜੀ, ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ, 2 ਸਾਲ 11 ਮਹੀਨੇ ਆਇਆ ਜੀ। ਔਰ ਇਸ ਦੇ ਪਹਿਲੇ ਜਿਹੜੇ ਲੋਕ ਸਭਾ ਦੇ ਸਪੀਕਰ ਸਨ ਉਹ ਸਨ GV ਮਾਵਲੰਕਰ। ਔਰ ਇਸ ਵਿੱਚ ਜਿਹੜੀਆਂ 12 ਸ਼ਡਿਊਲ ਸਨ ਇਸ ਟਾਈਮ, ਔਰ 243 ਆਰਟੀਕਲ ਹਨ। ਔਰ ਇਸ ਵਿੱਚ ਜਿਹੜੀਆਂ ਅੱਜ ਤੱਕ ਜਿਹੜੀਆਂ ਕੁੱਲ ਅਮੈਂਡਮੈਂਟ ਹੋ ਚੁੱਕੀਆਂ ਹਨ 104 ਜੀ, ਜਿਹੜੀਆਂ ਕਿ ਸਮੇਂ-ਸਮੇਂ 'ਤੇ ਜਿਹੜੀਆਂ ਹੁੰਦੀਆਂ ਰਹਿੰਦੀਆਂ, ਜਿਵੇਂ GST ਕਾਨੂੰਨ ਜਿਹੜਾ ਲਾਗੂ ਕੀਤਾ ਗਿਆ ਜੀ, ਤਾਂ ਉਸ ਨੂੰ ਤਾਂ ਇਸ ਤਰ੍ਹਾਂ ਜਿਹੜੀਆਂ ਅਮੈਂਡਮੈਂਟ ਜਿਹੜੀਆਂ ਉਹ ਵੱਧਦੀਆਂ ਰਹਿੰਦੀਆਂ ਨੇ। ਅਤੇ ਅੱਜ ਤੱਕ 104 ਜਿਹੜੀਆਂ ਸੋਧਾਂ ਹੋ ਚੁੱਕੀਆਂ ਨੇ ਸੰਵਿਧਾਨ ਵਿੱਚ। ਇਸ ਕੋਈ ਨਵਾਂ ਕਾਨੂੰਨ ਸ਼ਾਮਿਲ ਕਰਨ ਸਮੇਂ। ਔਰ ਹੁਣ ਅਸੀਂ ਦੇਖਦੇ ਹਾਂ ਸੰਵਿਧਾਨ ਦੇ ਜਿਹੜੀਆਂ ਫੀਚਰ ਜਾਣੀ ਕਿ ਵਿਸ਼ੇਸ਼ਤਾਵਾਂ। ਤਾਂ ਸਾਡੇ ਭਾਰਤ ਦਾ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈਗਾ ਜੀ। ਔਰ ਇਸ ਤੋਂ ਇਲਾਵਾ ਅਮਰੀਕਾ ਦਾ ਸੰਵਿਧਾਨ ਵੀ ਲਿਖਤੀ ਸੰਵਿਧਾਨ ਹੈ ਜੀ, ਪਰ ਜਿਹੜਾ ਇੰਗਲੈਂਡ ਦਾ ਸੰਵਿਧਾਨ ਉਹ ਅਲਿਖਤੀ ਸੰਵਿਧਾਨ ਹੈ ਜੀ, ਉਸ ਨੂੰ ਲਿਖਿਆ ਨਹੀਂ ਗਿਆ। ਔਰ ਇਸ ਤੋਂ ਇਲਾਵਾ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵਿਸ਼ਾਲ ਸੰਵਿਧਾਨ ਹੈਗਾ ਜੀ। ਔਰ ਕੋਈ ਵੀ ਸੰਵਿਧਾਨ ਇੰਡੀਆ ਦੇ ਸੰਵਿਧਾਨ ਜਿੱਡਾ ਵੱਡਾ ਹੈ ਨਹੀਂ ਗਾ, ਇਸ ਕਰਕੇ ਇਸ ਨੂੰ ਭਾਰਤ ਦਾ ਜਾਣੀ ਕਿ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਸੰਵਿਧਾਨ ਕਿਹਾ ਜਾਂਦਾ ਹੈ ਜੀ। ਔਰ ਇਸ ਵਿੱਚ ਪ੍ਰਸਤਾਵਨਾ ਸ਼ਾਮਲ ਹੈਗੀ ਹੈ ਜੀ। ਔਰ ਇਸ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਗਿਆ। ਔਰ ਇਸ ਨੂੰ ਸੰਵਿਧਾਨ ਦੇ ਪਹਿਲੇ ਪੇਜ ਉੱਪਰ ਜਿਹੜਾ ਉਹ ਲਿਖਿਆ ਗਿਆ ਜੀ, ਇਸ ਕਰਕੇ ਇਸ ਨੂੰ ਸੰਵਿਧਾਨ ਦੀ ਆਤਮਾ ਕਹਿ ਦਿੱਤਾ ਜਾਂਦਾ ਜੀ। ਤੁਸੀਂ ਦੇਖ ਸਕਦੇ ਹੋ ਤਾਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹਾ ਗਿਆ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੇਖ ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਉਸ ਦੇ ਨਾਗਰਿਕਾਂ ਨੂੰ
ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਵਿਚਾਰਕ ਪ੍ਰਕਾਸ਼ਨ, ਵਿਸ਼ਵਾਸ, ਧਰਮ, ਉਪਾਸਨਾ ਦੀ ਆਜ਼ਾਦੀ ਅਤੇ ਪ੍ਰਤਿਸ਼ਠਾ ਦੇ ਮੌਕੇ ਮਾਨਤਾ ਔਰ ਪ੍ਰਾਪਤ ਕਰਨ ਲਈ ਉਹਨਾਂ ਸਭ ਵਿਅਕਤੀਆਂ ਦੀ ਗਰਿਮਾ ਅਤੇ ਰਾਸ਼ਟਰ ਦੀ ਏਕਤਾ, ਅਖੰਡਤਾ ਨੂੰ ਸੁਨਿਸ਼ਚਿਤ ਕਰਨ ਲਈ ਬੰਧੁਤਾ ਵਧਾਉਣ ਲਈ ਦ੍ਰਿੜ ਸੰਕਲਪ ਲੈ ਕੇ ਆਪਣੀ ਸੰਵਿਧਾਨ ਸਭਾ ਨੂੰ, ਜਿਸ ਵਿੱਚ ਜਿਹੜੀ ਅੱਜ ਦੀ ਤਰੀਕ 25 ਨਵੰਬਰ 1949 ਨੂੰ ਜਿਹੜਾ ਅਸੀਂ ਇਸ ਨੂੰ ਆਪਣੇ ਉੱਪਰ ਜਿਹੜਾ ਲਾਗੂ ਕਰਦੇ ਹਾਂ ਜੀ, ਤਾਂ ਇਹ ਸੀ ਸੰਵਿਧਾਨ ਦੀ ਭਾਰਤ ਦਾ ਸੰਵਿਧਾਨ ਜਨਤਾ ਦਾ ਆਪਣਾ ਸੰਵਿਧਾਨ ਹੈਗਾ ਜੀ। ਔਰ ਕਿਉਂਕਿ ਸੰਵਿਧਾਨ ਨਿਰਮਾਣ ਸਭਾ ਵਿੱਚ ਹਰ ਧਰਮ ਦੇ, ਹਰ ਜਾਤੀ ਦੇ ਲੋਕ ਸਨ, ਇਸ ਕਰਕੇ ਜਿਹੜਾ ਸੰਵਿਧਾਨ ਨੂੰ ਜਨਤਾ ਦਾ ਆਪਣਾ ਸੰਵਿਧਾਨ ਕਿਹਾ ਗਿਆ ਜੀ। ਔਰ ਅਨੇਕਾਂ ਸੋਮਾਂ ਤੋਂ ਤਿਆਰ ਸੰਵਿਧਾਨ, ਜਿਹੜਾ ਭਾਰਤੀ ਸੰਵਿਧਾਨ, ਉਸ ਨੂੰ ਕਈ ਵਾਰ ਉਧਾਰ ਲਿਆ ਗਿਆ ਸੰਵਿਧਾਨ ਵੀ ਕਿਹਾ ਜਾਂਦਾ, ਕਿਉਂਕਿ ਭਾਰਤ ਵਿੱਚ ਜਿੰਨੇ ਵੀ ਜਿਹੜੇ ਕਾਨੂੰਨ ਸ਼ਾਮਿਲ ਕੀਤੇ ਗਏ ਉਹ ਕੁਝ ਕਾਨੂੰਨ ਅਮਰੀਕਾ ਦੇ ਸੰਵਿਧਾਨ ਤੋਂ ਲਏ ਗਏ, ਕੁਝ ਇੰਗਲੈਂਡ ਤੋਂ, ਕੁਝ ਆਇਰਲੈਂਡ ਦੇ ਸੰਵਿਧਾਨ ਤੋਂ, ਕੁਝ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ। ਇਸ ਤਰ੍ਹਾਂ ਜਿਹੜਾ ਸੰਵਿਧਾਨ ਜਿਹੜਾ ਬਣਾਇਆ ਗਿਆ, ਜਿਵੇਂ ਯੂਨਾਈਟਿਡ ਸਟੇਟ ਤੋਂ ਅਸੀਂ ਪ੍ਰੈਂਬਲ ਲਈ ਹੈ ਜੀ, ਜਿਵੇਂ ਪ੍ਰੈਂਬਲ ਪ੍ਰਸਤਾਵਨਾ, ਜਿਸ ਵਿੱਚ ਵੀ ਇਸ ਪ੍ਰੈਂਬਲ ਵਿੱਚ ਵੀ ਸ਼ਾਮਿਲ ਹੈਗਾ ਅਮਰੀਕਾ ਦੇ ਵਿੱਚ ਕਿ ਅਸੀਂ ਅਮਰੀਕਾ ਦੇ ਲੋਕ ਉਸੇ ਤਰ੍ਹਾਂ ਭਾਰਤ ਵਿੱਚ ਉਸੇ ਲਾਈਨ ਨੂੰ ਜਿਹੜਾ ਸ਼ਾਮਿਲ ਕੀਤਾ ਗਿਆ ਪ੍ਰਸਤਾਵਨਾ ਵਿੱਚ ਕਿ ਅਸੀਂ ਭਾਰਤ ਦੇ ਲੋਕ ਇਸ ਲਾਈਨ ਨੂੰ ਜਿਹੜਾ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਗਿਆ ਜੀ। ਔਰ ਇਸ ਤੋਂ ਇਲਾਵਾ ਰਿਟਨ ਕੰਸਟੀਟਿਊਸ਼ਨ ਅਤੇ ਫੈਡਰਲ ਸਟਰਕਚਰ ਆਫ ਗਵਰਨਮੈਂਟ, ਫੰਡਾਮੈਂਟਲ ਰਾਈਟ ਵੀ ਅਮਰੀਕਾ ਦੇ ਸੰਵਿਧਾਨ ਤੋਂ ਲਏ ਜੀ। ਇਸ ਤੋਂ ਇਲਾਵਾ ਫੰਕਸ਼ਨ ਆਫ ਦਾ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ, ਇੰਡੀਪੈਂਡੈਂਟ ਜੁਡੀਸ਼ਰੀ ਯਾਨੀ ਕਿ ਸੁਤੰਤਰ ਨਿਆਂਪਾਲਿਕਾ, ਜੁਡੀਸ਼ੀਅਲ ਰਿਵਿਊ ਅਤੇ ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜ, ਇਹ ਸਾਰੇ ਜਿਹੜੇ ਫੰਕਸ਼ਨ ਨੇ ਇਹ ਯੂਨਾਈਟਿਡ ਨੇਸ਼ਨ ਯਾਨੀ ਕਿ ਅਮਰੀਕਾ ਦੇ ਸੰਵਿਧਾਨ ਤੋਂ ਲਏ ਗਏ ਨੇ। ਔਰ ਇਸ ਤੋਂ ਇਲਾਵਾ ਯੂਨਾਈਟਿਡ ਕਿੰਗਡਮ ਦੇ ਸੰਵਿਧਾਨ ਤੋਂ ਲਏ ਗਏ ਨੇ ਨੋਮੀਨਲ ਹੈਡ ਯਾਨੀ ਕਿ ਪ੍ਰੈਜ਼ੀਡੈਂਟ, ਔਰ ਡੈਜ਼ਿਗਨੇਸ਼ਨ ਆਫ ਪ੍ਰਾਈਮ ਮਿਨਿਸਟਰ, ਔਰ ਕੈਬਨਿਟ ਸਿਸਟਮ ਆਫ ਮਿਨਿਸਟਰ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਬਿਕੈਮਰਲ ਦੋ ਸਦਨ ਜੀ ਸੰਵਿਧਾਨ ਜਿਹੜਾ ਹੈਗਾ ਜੀ, ਦੋ ਸਦਨੀ ਸੰਵਿਧਾਨ। ਔਰ ਇਸ ਤੋਂ ਇਲਾਵਾ ਸਪੀਕਰ ਇਨ ਲੋਕ ਸਭਾ ਔਰ ਸਿੰਗਲ ਸਿਟੀਜ਼ਨਸ਼ਿਪ। ਤਾਂ ਇਹ ਸਾਰੇ ਜਿਹੜੇ ਯੂਨਾਈਟਿਡ ਕਿੰਗਡਮ ਯਾਨੀ ਕਿ ਇੰਗਲੈਂਡ ਦੇ ਸੰਵਿਧਾਨ ਤੋਂ ਲਏ ਗਏ ਨੇ। ਔਰ ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਕੌਨਕਰੈਂਟ ਲਿਸਟ, ਲੈਂਗੁਏਜ ਆਫ ਦਾ ਪ੍ਰੈਂਬਲ ਔਰ ਪ੍ਰੋਵੀਜ਼ਨ ਰਿਗਾਰਡਿੰਗ ਕਾਮਰਸ, ਟ੍ਰੇਡਿੰਗ ਐਂਡ ਇੰਟਰਕੋਰਸ। ਤਾਂ ਇਹ ਸਾਰੇ ਜਿਹੜੇ ਫੰਕਸ਼ਨ ਨੇ ਉਹ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਏ ਗਏ ਨੇ। ਔਰ ਕੈਨੇਡਾ ਦੇ ਸੰਵਿਧਾਨ ਤੋਂ ਆਈਡੀਆ ਆਫ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਕਿ ਸਟਰੋਂਗ ਸੈਂਟਰ ਹੁੰਦਾ ਜਿਹੜਾ ਫੰਕਸ਼ਨ ਹੈ ਉਹ ਵੀ ਕੈਨੇਡਾ। ਡਿਸਟਰੀਬਿਊਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ, ਜਿਹੜੇ ਸੈਂਟਰ ਐਂਡ ਸਟੇਟ ਵਿੱਚ ਜਿੰਨੀਆਂ ਵੀ ਪਾਵਰ ਨੂੰ ਡਿਵਾਈਡ ਕਰਨਾ ਉਹ ਵੀ ਕੈਨੇਡਾ ਦੇ ਸੰਵਿਧਾਨ ਤੋਂ। ਔਰ ਰੈਸੀਡਿਊਰੀ ਪਾਵਰ ਵਿਦ ਦਾ ਸੈਂਟਰ, ਔਰ ਇਹ ਸਾਰਾ ਕੁਛ ਕੈਨੇਡਾ ਦੇ ਸੰਵਿਧਾਨ ਤੋਂ ਲਿਆ ਗਿਆ ਜੀ। ਹੁਣ ਦੇਖਦੇ ਹਾਂ ਆਇਰਲੈਂਡ ਦੇ ਸੰਵਿਧਾਨ ਤੋਂ। ਇਸ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਤੋਂ ਇਸ ਤੋਂ ਇਲਾਵਾ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਐਂਡ ਨੋਮੀਨੇਸ਼ਨ ਆਫ ਦਾ ਮੈਂਬਰ ਇਨ ਰਾਜ ਸਭਾ। ਤਾਂ ਇਹ ਸਾਰਾ ਕੁਝ ਸੰਵਿਧਾਨ ਦੇ ਜਿਹੜਾ ਆਇਰਲੈਂਡ ਦੇ ਸੰਵਿਧਾਨ ਤੋਂ ਲਿਆ ਗਿਆ ਜੀ। ਔਰ ਇਸ ਤੋਂ ਇਲਾਵਾ ਜਾਪਾਨ ਦੇ ਸੰਵਿਧਾਨ ਤੋਂ ਪ੍ਰੋਸੀਜਰ ਐਸਟੈਬਲਿਸ਼ ਬਾਈ ਲਾ, ਕਿ ਲਾ ਨੂੰ ਜਿਹੜਾ ਐਸਟੈਬਲਿਸ਼ ਕਰਨ ਦਾ ਜਿੰਨਾ ਵੀ ਫੰਕਸ਼ਨ ਹੈਗਾ ਜੀ, ਪ੍ਰੋਸੀਜਰ ਹੈਗਾ, ਉਹ ਜਾਪਾਨ ਦੇ ਜਿਹੜਾ ਸੰਵਿਧਾਨ ਤੋਂ ਲਿਆ ਗਿਆ ਜੀ। ਇਸ ਤੋਂ ਇਲਾਵਾ ਰਸ਼ੀਆ ਦੇ ਸੰਵਿਧਾਨ ਤੋਂ 5 ਸਾਲਾ ਯੋਜਨਾਵਾਂ ਜੀ, 5 ਈਅਰ ਪਲਾਨ ਐਂਡ ਫੰਡਾਮੈਂਟਲ ਡਿਊਟੀਜ਼ ਯਾਨੀ ਕਿ ਮੌਲਿਕ ਕਰਤੱਵ, ਇਹ ਸਾਰੇ ਜਿਹੜੇ ਰਸ਼ੀਆ ਦੇ ਸੰਵਿਧਾਨ ਤੋਂ ਲਏ ਗਏ ਨੇ। ਔਰ ਇਸ ਤੋਂ ਇਲਾਵਾ ਵੇਮਰ ਕੰਸਟੀਟਿਊਸ਼ਨ ਜਿਹੜਾ ਕਿ ਜਰਮਨੀ ਦਾ ਸੰਵਿਧਾਨ ਹੈਗਾ ਜੀ, ਉਸ ਤੋਂ ਲਏ ਗਏ ਨੇ। ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਦਾ ਐਮਰਜੈਂਸੀ ਜਿੰਨੀਆਂ ਵੀ ਸ਼ਕਤੀਆਂ ਨੇ ਜੀ, ਉਹ ਸਾਰੀਆਂ ਜਰਮਨੀ ਦੇ ਸੰਵਿਧਾਨ ਤੋਂ ਲਈਆਂ ਗਈਆਂ ਨੇ। ਤਾਂ ਇਸ ਤਰ੍ਹਾਂ ਜਿਹੜਾ ਭਾਰਤ ਦਾ ਸੰਵਿਧਾਨ ਜਿਸ ਨੂੰ ਉਧਾਰ ਲਿਆ ਗਿਆ ਹੋਇਆ ਸੰਵਿਧਾਨ ਕਹਿ ਦਿੱਤਾ ਜਾਂਦਾ ਜੀ, ਇਸ ਕਰਕੇ ਜਿਸ ਨੂੰ ਅਨੇਕਾਂ ਸੋਮਿਆਂ ਤੋਂ ਤਿਆਰ ਸੰਵਿਧਾਨ ਹੈਗਾ ਜੀ। ਔਰ ਜਿਸ ਭਾਰਤ ਦੇ ਜਿੰਨੇ ਵੀ ਸੰਵਿਧਾਨ ਨਿਰਮਾਤਾ ਸਨ, ਉਹਨਾਂ ਨੂੰ ਜਿਸ ਵੀ ਸੰਵਿਧਾਨ ਵਿੱਚ ਕੋਈ ਚੰਗੀ ਚੀਜ਼ ਦਿਸੀ, ਉਹਨਾਂ ਨੇ ਆਪਣੇ ਸੰਵਿਧਾਨ ਵਿੱਚ ਸ਼ਾਮਿਲ ਕਰ ਲਿਆ ਜੀ ਉਸ ਚੀਜ਼ ਨੂੰ, ਉਸ ਕਾਨੂੰਨ ਨੂੰ। ਔਰ ਇਸ ਤੋਂ ਇਲਾਵਾ ਸੰਵਿਧਾਨ ਦੀ ਸਰਵ ਉੱਚਤਾ ਯਾਨੀ ਕਿ ਸੰਵਿਧਾਨ ਨੂੰ ਭਾਰਤ ਵਿੱਚ ਸਰਵ ਉੱਚਤਾ ਪ੍ਰਾਪਤ ਹੈ ਜੀ। ਕੋਈ ਵੀ ਉਸ ਦੇ ਵਿਰੁੱਧ ਜਿਹੜਾ ਅਜਿਹਾ ਕੋਈ ਵੀ ਕਾਨੂੰਨ ਪਾਸ ਨਹੀਂ ਕਰ ਸਕਦਾ ਜੋ ਸੰਵਿਧਾਨ ਦੀ ਸਰਵ ਉੱਚਤਾ ਦੇ ਖਿਲਾਫ ਹੋਵੇ, ਤਾਂ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਜਾਂਦਾ ਜੀ ਜੁਡੀਸ਼ਰੀ ਦੁਆਰਾ। ਔਰ ਇਸ ਤੋਂ ਇਲਾਵਾ ਭਾਰਤ ਇੱਕ ਧਰਮ ਨਿਰਪੇਖ ਰਾਜ ਹੈਗਾ ਜੀ, ਜਿਸ ਵਿੱਚ ਸਭ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਜੀ। ਕਿਸੇ ਵੀ ਧਰਮ ਨੂੰ ਜਿਹੜਾ ਰਾਸ਼ਟਰੀ ਧਰਮ ਘੋਸ਼ਿਤ ਨਹੀਂ ਕੀਤਾ ਗਿਆ ਜੀ, ਜਿਵੇਂ ਕਿ ਪਾਕਿਸਤਾਨ ਵਿੱਚ, ਯਾਨੀ ਕਿ ਇਸ ਤੋਂ ਇਲਾਵਾ ਚੀਨ ਵਿੱਚ ਵੀ ਜਿਹੜਾ ਰਾਸ਼ਟਰੀ ਧਰਮ ਜਿਹੜਾ ਹੈਗਾ ਜੀ, ਇੱਕ ਉਹ ਰਾਸ਼ਟਰੀ ਧਰਮ ਨੂੰ ਜਿਹੜਾ ਇੱਕ ਹੀ ਧਰਮ ਨੂੰ ਜਿਹੜਾ ਮਾਨਤਾ ਦਿੱਤੀ ਜਾਂਦੀ ਹੈ ਜੀ ਇਹਨਾਂ ਦੇਸ਼ਾਂ ਵਿੱਚ।
ਪਾਕਿਸਤਾਨ ਹੋ ਗਿਆ ਜੀ, ਚੀਨ ਹੋ ਗਿਆ, ਪਰ ਭਾਰਤ ਵਿੱਚ ਧਰਮ ਨਿਰਪੇਖ ਰਾਜ ਹੈਗਾ ਜੀ। ਔਰ ਇਸ ਤੋਂ ਇਲਾਵਾ ਲਚਕੀਲਾ ਅਤੇ ਕਠੋਰ ਸੰਵਿਧਾਨ ਹੈਗਾ ਜੀ। ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਜੀ, ਇਸ ਵਿੱਚ ਇਹ ਇੰਨਾ ਜ਼ਿਆਦਾ ਕਠੋਰ ਵੀ ਨਹੀਂ ਹੈ ਜੀ ਜਿੰਨਾ ਕਿ ਅਮਰੀਕਾ ਦੇ ਸੰਵਿਧਾਨ ਹੈਗਾ, ਔਰ ਇੰਨਾ ਜ਼ਿਆਦਾ ਲਚਕੀਲਾ ਵੀ ਨਹੀਂ ਕਿ ਜਲਦੀ ਜਿਹੜਾ ਕਾਨੂੰਨ ਜਿਹੜਾ ਸੌਖੇ ਤਰੀਕੇ ਨਾਲ ਪਾਸ ਹੋ ਕੇ, ਇਸ ਕਰਕੇ ਜਿਹੜਾ ਇਹ ਫਲੈਕਸੀਬਲ ਐਂਡ ਕਠੋਰ ਸੰਵਿਧਾਨ ਹੈਗਾ ਜੀ। ਔਰ ਇਸ ਤੋਂ ਇਲਾਵਾ ਸੰਘਾਤਮਕ ਸੰਵਿਧਾਨ ਹੈਗਾ ਜੀ। ਤਾਂ ਇਹ ਜਿਹੜਾ ਟੈਟ ਦੇ ਐਗਜ਼ਾਮ ਵਿੱਚ 2019 ਦੇ ਵਿੱਚ ਇਹ ਕੁਐਸਚਨ ਆਇਆ ਸੀਗਾ ਜੀ ਕਿ ਭਾਰਤ ਵਿੱਚ ਕਿਹੜੀ ਜਿਹੜੀ ਵਿਵਸਥਾ ਪਾਈ ਜਾਂਦੀ ਹੈ ਜੀ ਸਰਕਾਰ ਦੀ, ਤਾਂ ਉਸ ਵਿੱਚ ਇੱਕ 4 ਆਪਸ਼ਨ ਸਨ, ਜਿਸ ਵਿੱਚ ਇੱਕ ਆਪਸ਼ਨ ਸੀ ਸੰਘਾਤਮਕ ਸੰਵਿਧਾਨ ਜੀ। ਤਾਂ ਇਹ ਜਿਹੜਾ ਸਿੱਧਾ ਜਿਹੜਾ ਕੁਐਸਚਨ ਆਇਆ ਸੀ ਜੀ ਪੀ ਟੈਟ ਵਿੱਚ, ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸੰਘਾਤਮਕ ਸ਼ਾਸਨ ਪ੍ਰਣਾਲੀ ਜਿਹੜੀ ਪਾਈ ਜਾਂਦੀ ਹੈ ਜੀ ਭਾਰਤੀ ਸੰਵਿਧਾਨ ਵਿੱਚ, ਔਰ ਜਿਸ ਵਿੱਚ ਸੰਘਾਤਮਕ ਤੋਂ ਭਾਵ ਕਿ ਜਿਹੜੀਆਂ ਸ਼ਕਤੀਆਂ ਵੱਡੀਆਂ ਹੁੰਦੀਆਂ ਨੇ ਜੀ, ਤਾਂ ਉਸ ਨੂੰ ਕਹਿੰਦੇ ਨੇ ਸੰਘਾਤਮਕ ਸ਼ਾਸਨ ਪ੍ਰਣਾਲੀ। ਔਰ ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਵਿੱਚ ਸੰਸਦ ਦੀ ਸਰਕਾਰ ਜਿਹੜੀ ਬਣਾਈ ਗਈ ਹੈ ਜੀ, ਜਿਸ ਵਿੱਚ 2 ਸਦਨ ਹੁੰਦੇ ਨੇ, ਲੋਕ ਸਭਾ ਔਰ ਰਾਜ ਸਭਾ। ਲੋਕ ਸਭਾ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਜੀ, ਔਰ ਰਾਜ ਸਭਾ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈਗਾ ਜੀ। ਤਾਂ ਅੱਗੇ ਹੈਗਾ ਜੀ ਮੌਲਿਕ ਅਧਿਕਾਰ, ਕਿ ਭਾਰਤ ਦੇ ਸੰਵਿਧਾਨ ਵਿੱਚ 12 ਤੋਂ ਲੈ ਕੇ 35 ਦੇ ਅਨੁਛੇਦ ਤੱਕ ਜਿਹੜੇ ਮੌਲਿਕ ਅਧਿਕਾਰ ਸ਼ਾਮਿਲ ਨੇ ਜੀ। ਤਾਂ ਇਹ ਕੁੱਲ 7 ਜੀ, ਇਹਨਾਂ ਦੀ ਗਿਣਤੀ 7 ਨੇ ਜੀ। ਔਰ ਇਸ ਤੋਂ ਇਲਾਵਾ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਨੇ, ਜੋ ਕਿ ਭਾਗ 4 ਦੇ ਆਰਟੀਕਲ ਏ ਦੇ ਵਿੱਚ ਜੀ, ਔਰ ਕੁੱਲ 11 ਮੌਲਿਕ ਕਰਤੱਵ ਨੇ ਜੀ। ਔਰ ਇਸ ਤੋਂ ਇਲਾਵਾ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ, ਯਾਨੀ ਕਿ ਨੀਤੀ ਨਿਰਦੇਸ਼ਕ ਸਿਧਾਂਤ, ਜਿਨ੍ਹਾਂ ਨੂੰ ਅਨੁਛੇਦ 36 ਤੋਂ ਲੈ ਕੇ 51 ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ ਜੀ। ਔਰ ਇਸ ਤੋਂ ਇਲਾਵਾ ਸੁਤੰਤਰ ਨਿਆਂਪਾਲਿਕਾ, ਯਾਨੀ ਕਿ ਇੰਡੀਪੈਂਡੈਂਟ ਜੁਡੀਸ਼ਰੀ, ਕਿ ਭਾਰਤ ਦੇ ਜਿਹੜੇ ਸੰਵਿਧਾਨ ਵਿੱਚ ਸੁਤੰਤਰ ਨਿਆਂਪਾਲਿਕਾ ਪਾਈ ਜਾਂਦੀ ਹੈ ਜੀ। ਔਰ ਕਿਉਂਕਿ ਜਿਹੜਾ ਨਿਆਂਪਾਲਿਕਾ ਸੁਤੰਤਰਤਾ ਜਿਹੜਾ ਹੋਣਾ ਜਿਹੜਾ ਜ਼ਰੂਰੀ ਹੈਗਾ ਜੀ ਸੰਘਾਤਮਕ ਸ਼ਾਸਨ ਪ੍ਰਣਾਲੀ ਵਿੱਚ, ਕਿਉਂਕਿ ਜਿਹੜਾ ਸੁਤੰਤਰ ਹੋਵੇਗੀ ਤਾਂ ਹੀ ਜਿਹੜੀ ਨਿਆਂਪਾਲਿਕਾ ਸਹੀ ਢੰਗ ਨਾਲ ਫੈਸਲੇ ਲੈ ਸਕੇਗੀ, ਨਹੀਂ ਤਾਂ ਉਹ ਐਗਜ਼ੀਕਿਊਟਿਵ ਐਂਡ ਜਿਹੜਾ ਲੈਜਿਸਲੇਟਿਵ ਦੇ ਜਿਹੜੇ ਉਹਨਾਂ ਦੇ ਕੰਟਰੋਲ ਤੋਂ ਜਿਹੜਾ ਬਾਹਰ ਰਹਿ ਕੇ ਹੀ ਜਿਹੜਾ ਵਿਧਾਨਪਾਲਿਕਾ ਔਰ ਨਿਆਂਪਾਲਿਕਾ, ਵਿਧਾਨਪਾਲਿਕਾ ਔਰ ਕਾਰਜਪਾਲਿਕਾ ਦੇ ਜਿਹੜੇ ਫੈਸਲੇ ਤੋਂ ਬਾਹਰ ਰਹਿ ਕੇ ਹੀ ਜਿਹੜਾ ਸੁਤੰਤਰ ਨਿਆਂਪਾਲਿਕਾ ਦੀ ਜਿਹੜੀ ਹੋਂਦ ਜਿਹੜੀ ਆਪਣੀ ਜਿਹੜੀ ਬਣਾ ਸਕੇਗੀ ਇੱਕ ਵੱਖਰੀ ਹੋਂਦ, ਜਿਸ ਵਿੱਚ ਉਹ ਸੁਤੰਤਰ ਨਿਆਂ ਲੈ ਸਕੇਗੀ, ਠੀਕ ਹੈ ਜੀ, ਸੁਤੰਤਰ ਨਿਆਂ ਦੇ ਸਕੇਗੀ ਲੋਕਾਂ ਨੂੰ, ਔਰ ਆਪਣੇ ਜਿਹੜੇ ਸੁਤੰਤਰ ਫੈਸਲੇ ਲੈ ਸਕੇਗੀ। ਇਸ ਕਰਕੇ ਇਸ ਨੂੰ ਜਿਹੜਾ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਦੇ ਜਿਹੜੀ ਪਾਵਰ ਤੋਂ ਵੱਖ ਰੱਖਿਆ ਗਿਆ ਜੀ। ਔਰ ਇਸ ਤੋਂ ਇਲਾਵਾ ਨਿਆਇਕ ਪੁਨਰ ਨਿਰੀਖਣ, ਯਾਨੀ ਕਿ ਸੰਵਿਧਾਨ ਦੇ ਜਿਹੜੇ ਜੁਡੀਸ਼ਰੀ ਭਾਗ ਕੋਲ ਨਿਆਇਕ ਪੁਨਰ ਨਿਰੀਖਣ ਦੀ ਜਿਹੜੀ ਸ਼ਕਤੀ ਹੈਗੀ ਹੈ ਜੀ। ਔਰ ਯਾਨੀ ਕਿ ਸੁਪਰੀਮ ਕੋਰਟ, ਹਾਈ ਕੋਰਟ ਦੇ ਔਰ ਹੇਠਲੀਆਂ ਅਦਾਲਤਾਂ ਦੇ ਜਿਹੜੇ ਫੈਸਲੇ ਨੂੰ ਜਿਹੜਾ ਪੁਨਰ ਵਿਚਾਰ ਕਰ ਸਕਦੀ ਹੈ ਜੀ ਉਹਨਾਂ ਉੱਪਰ, ਔਰ ਜੇਕਰ ਉਹ ਗਲਤ ਪਾਇਆ ਜਾਂਦਾ ਫੈਸਲਾ ਤਾਂ ਉਸ ਉੱਪਰ ਜਿਹੜਾ ਉਸ ਨੂੰ ਬਦਲ ਦਿੱਤਾ ਜਾਂਦਾ ਜੀ ਉਸ ਕਾਨੂੰਨ ਨੂੰ। ਇਸ ਕਰਕੇ ਜਿਹੜਾ ਕਿਸੇ ਵੀ ਫੈਸਲੇ ਨੂੰ ਪੁਨਰ ਵਿਚਾਰ ਕਰ ਸਕਦੀ ਹੈ ਜੀ। ਇਸ ਕਰਕੇ ਇਸ ਨੂੰ ਨਿਆਇਕ ਪੁਨਰ ਨਿਰੀਖਣ ਦੀ ਜਿਹੜੀ ਸ਼ਕਤੀ ਪ੍ਰਾਪਤ ਹੈਗੀ ਹੈ ਜੀ। ਔਰ ਇਸ ਤੋਂ ਇਲਾਵਾ ਇੱਕ ਹਰੀ ਨਾਗਰਿਕਤਾ, ਸਿੰਗਲ ਸਿਟੀਜ਼ਨਸ਼ਿਪ, ਯਾਨੀ ਕਿ ਭਾਰਤ ਦਾ ਵਿਅਕਤੀ ਭਾਰਤ ਦਾ ਹੀ ਜਿਹੜਾ ਨਾਗਰਿਕ ਹੋਵੇਗਾ ਜੀ। ਜਿਵੇਂ ਦੇਖੋ ਕਿ ਪੰਜਾਬ ਦਾ ਕੋਈ ਨਾਗਰਿਕ ਹੋਵੇ ਤਾਂ ਉਹ ਪੰਜਾਬ ਦਾ ਨਾਗਰਿਕ ਨਹੀਂ ਆਪਣੇ ਆਪ ਨੂੰ ਨਹੀਂ ਕਹਿੰਦਾ, ਸਗੋਂ ਕਹਿੰਦਾ ਹੈਗਾ ਕਿ ਉਹ ਭਾਰਤ ਦਾ ਨਾਗਰਿਕ ਹੈਗਾ ਜੀ। ਔਰ ਇਸੇ ਤਰ੍ਹਾਂ ਜਿਹੜਾ ਇੰਗਲੈਂਡ ਦੇ ਸੰਵਿਧਾਨ ਵਿੱਚ ਵੀ ਸਿੰਗਲ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ, ਪਰ ਅਮਰੀਕਾ ਦੇ ਸੰਵਿਧਾਨ ਵਿੱਚ ਜਿਹੜੀ ਡਬਲ ਜਿਹੜਾ ਨਾਗਰਿਕਤਾ ਹੈਗੀ ਹੈ ਜੀ, ਜਿਸ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਇੱਕ ਕੇਂਦਰੀ ਸਰਕਾਰ ਦਾ ਇੱਕ ਨਾਗਰਿਕ ਹੁੰਦਾ ਜੀ, ਔਰ ਇੱਕ ਰਾਜਾਂ ਦੇ 50 ਰਾਜ ਨੇ ਅਮਰੀਕਾ ਦੇ ਵਿੱਚ, ਤਾਂ ਉਹ ਉੱਥੋਂ ਦਾ ਵੀ ਨਾਗਰਿਕ ਹੁੰਦਾ ਜੀ। ਤਾਂ ਇਸ ਕਰਕੇ ਜਿਹੜਾ ਡਬਲ ਜਿਹੜੀ ਨਾਗਰਿਕਤਾ ਮਿਲੀ ਹੈ ਜੀ ਅਮਰੀਕਾ ਦੇ ਲੋਕਾਂ ਨੂੰ, ਤਾਂ ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਪਾਲਕ ਵੋਟ ਦਾ ਅਧਿਕਾਰ, ਜੋ ਕਿ 61ਵੀਂ ਸੰਵਿਧਾਨ ਸੋਧ ਦੇ ਅਧੀਨ ਜਿਹੜੀ ਉਮਰ ਇਸ ਤੋਂ ਪਹਿਲਾਂ ਸੀ 21 ਸਾਲ ਜੀ, ਔਰ 61ਵੀਂ ਸੰਵਿਧਾਨਕ ਸੋਧ ਦੇ ਜਿਹੜੀ ਅਨੁਸਾਰ 18 ਸਾਲ ਉਮਰ ਕਰ ਦਿੱਤੀ ਗਈ ਜੀ। ਯਾਨੀ ਕਿ ਬਾਲਗ ਵੋਟ ਦਾ ਅਧਿਕਾਰ ਕਿ 18 ਸਾਲ ਤੋਂ ਉੱਪਰ ਵਿਅਕਤੀ ਨੂੰ ਜਿਹੜਾ ਵੋਟ ਦੇਣ ਦਾ ਅਧਿਕਾਰ ਹੋਵੇਗਾ ਜੀ। ਔਰ ਇਸ ਤੋਂ ਇਲਾਵਾ ਘੱਟ ਗਿਣਤੀ ਅਤੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਸੰਵਿਧਾਨ ਵਿੱਚ ਜੀ। ਇਹਨਾਂ ਵਾਸਤੇ ਰਾਖਵਾਂ ਕੋਟਾ ਜਿਹੜਾ ਨਿਸ਼ਚਿਤ ਕੀਤਾ ਗਿਆ ਜੀ ਸਰਕਾਰ ਦੁਆਰਾ। ਔਰ ਇਸ ਤੋਂ ਇਲਾਵਾ ਇੱਕ ਸਰਕਾਰੀ ਭਾਸ਼ਾ ਜੀ ਜਿਹੜੀ ਹਿੰਦੀ ਜਿਹੜੀ ਸੰਵਿਧਾਨ ਵਿੱਚ ਸ਼ਾਮਿਲ ਕੀਤੀ ਗਈ ਹੈ ਜੀ, ਜਿਸ ਨੂੰ ਕਿ ਰਾਸ਼ਟਰੀ ਭਾਸ਼ਾ ਦੇ ਨਾਲ ਜਿਹੜਾ ਜਾਣਿਆ ਜਾਂਦਾ ਜੀ। ਔਰ ਇਸ ਤੋਂ ਇਲਾਵਾ ਸੰਵਿਧਾਨ ਵਿੱਚ 18 ਹੋਰ ਭਾਸ਼ਾਵਾਂ ਨੂੰ ਜਿਹੜੀ ਮਾਨਤਾ ਮਿਲੀ ਹੈਗੀ ਆ, ਜਿਨ੍ਹਾਂ ਵਿੱਚ ਪੰਜਾਬੀ, ਬੰਗਾਲੀ, ਉੜੀਸਾ ਜੀ, ਇਸ ਤਰ੍ਹਾਂ ਜਿੰਨੀਆਂ 18 ਭਾਸ਼ਾਵਾਂ ਸ਼ਾਮਿਲ ਨੇ ਜੀ। ਤਾਂ ਅੱਜ ਦਾ ਜਿਹੜਾ ਲੈਕਚਰ ਅਸੀਂ ਸਮਾਪਤ ਕਰਦੇ ਹਾਂ ਜੀ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਸੀਰੀਜ਼ ਪਸੰਦ ਆ ਰਹੀ ਹੋਵੇਗੀ ਜੀ। ਔਰ ਅਸੀਂ ਜਿਹੜਾ ਮਾਸਟਰ ਕੇਡਰ ਦਾ ਜਿਹੜਾ
100% ਜਿਹੜਾ ਅਸੀਂ ਸਿਲੇਬਸ ਪੂਰਾ ਕਵਰ ਕਰਾਂਗੇ ਜੀ। ਔਰ ਇਸ ਤੋਂ ਅਸੀਂ ਮਿਲਦੇ ਹਾਂ ਅਗਲੇ ਲੈਕਚਰ ਵਿੱਚ ਜੀ। ਤਾਂ ਤਦ ਤੱਕ ਲਈ ਧੰਨਵਾਦ ਜੀ।